हाँ जी स्टूडेंट्स, स्वागत है तुहाडा अज दी समाजिक सिक्ख्या की क्लास विच। साडा अज दा टॉपिक है संसदी सरकार पार्लीमेंटरी गवर्नमेंट। सब तो पहला असी पार्लीमेंट शब्द का मीनिंग देखांगे। अंग्रेजी भाषा का शब्द पार्लीमेंट फ्रांसीसी शब्द पार्लर तो लिया गया है, जिसका अर्थ है गलबात करना। सो संसद एक अजिही संस्था है जिथे बैठ के लोग राष्ट्रीय ते अंतरराष्ट्रीय विषयों ते गलबात करते हैं। संसद वो शासन प्रणाली है जिस विच सरकार के दो अंगां भाव कार्यपालिका ते विधानपालिका विच बहुत नेड़े का संबंध हुंदा है। कार्यपालिका सरकार दे सारे मैंबर विधानपालिका विचों लए जांदे हन ਅਤੇ ਵਿਧਾਨਪਾਲਿਕਾ ਦੇ ਸਮਰਥਨ ਤੱਕ ਆਪਣੇ ਅਹੁਦੇ ਤੇ ਰਹਿੰਦੇ ਹਨ। ਕਾਰਜਪਾਲਿਕਾ ਦੇ ਸਾਰੇ ਮੈਂਬਰ ਆਪਣੇ ਕੰਮਾਂ ਤੇ ਨੀਤੀਆਂ ਲਈ ਵਿਧਾਨਪਾਲਿਕਾ ਪ੍ਰਤੀ ਜ਼ਿੰਮੇਵਾਰ ਹੁੰਦੇ ਹਨ। ਇਹ ਉਹ ਤੱਤ ਹਨ ਜੋ ਇਕੱਠੇ ਰੂਪ ਨਾਲ ਭਾਰਤ ਵਿੱਚ ਇੱਕ ਲੋਕਤੰਤਰਿਕ ਵਿਵਸਥਾ ਦਾ ਨਿਰਮਾਣ ਕਰਦੇ ਹਨ। ਇਸ ਲੈਸਨ ਦੇ ਵਿੱਚ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਸੰਸਦੀ ਦੇਸ਼ ਨਾਗਰਿਕਾਂ ਨੂੰ ਨਿਰਣੇ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੇ ਸਰਕਾਰ ਤੇ ਨਿਯੰਤਰਣ ਰੱਖਣ ਵਿੱਚ ਮਦਦ ਕਰਦੇ ਹਨ। ਇਸ ਆਧਾਰ ਤੇ ਸੰਸਦ ਭਾਰਤੀ ਲੋਕਤੰਤਰ ਦਾ ਸਭ ਤੋਂ ਮਹੱਤਵਪੂਰਨ ਪ੍ਰਤੀਕ ਸੰਵਿਧਾਨ ਦਾ ਕੇਂਦਰੀ ਤੱਤ ਹੈ। ਪਹਿਲੀ ਗੱਲ ਤਾਂ ਅਸੀਂ ਇਹ ਸੋਚਦੇ ਹਾਂ ਕਿ ਲੋਕਾਂ ਨੂੰ ਫੈਸਲਾ ਕਿਉਂ ਲੈਣਾ ਚਾਹੀਦਾ ਹੈ। ਹੁਣ ਜੇ ਅਸੀਂ ਬੈਕ ਤੇ ਦੇਖੀਏ ਤਾਂ ਸਾਨੂੰ ਪਤਾ ਕਿ ਭਾਰਤ ਆ ਜਿਹੜਾ ਉਹ 15 ਅਗਸਤ 1947 ਨੂੰ ਆਜ਼ਾਦ ਹੋਇਆ। इस आज़ादी लई पूरे देश की जनता ने एक लंबा ते मुश्किल संघर्ष सीगा जिहड़ा वो कीता। इस संघर्ष विच समाज के बहुत सारे तबकियां की हिस्सेदारी सी। तरह तरह की पिठभूमि के लोगों ने इस विच भाग लिया। वो सुतंत्रता समानता निर्णय प्रक्रिया विच हिस्सेदारी के विचारां नाल प्रेरित सन। उपनिवेशक शासन के तहत लोग ब्रिटिश सरकार तो डरदे सन। ਉਹ ਸਰਕਾਰ ਦੇ ਬਹੁਤ ਸਾਰੇ ਫੈਸਲਿਆਂ ਨਾਲ ਅਸਹਿਮਤ ਸਨ, ਲੇਕਿਨ ਜੇਕਰ ਉਹ ਇਹਨਾਂ ਫੈਸਲਿਆਂ ਦੀ ਆਲੋਚਨਾ ਕਰਦੇ ਤਾਂ ਉਹਨਾਂ ਨੂੰ ਭਾਰੀ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੁਤੰਤਰਤਾ ਅੰਦੋਲਨ ਨੇ ਇਹ ਸਥਿਤੀ ਬਦਲ ਕੇ ਰੱਖ ਦਿੱਤੀ। ਰਾਸ਼ਟਰਵਾਦੀ ਖੁੱਲ੍ਹੇਆਮ ਬ੍ਰਿਟਿਸ਼ ਸਰਕਾਰ ਦੀ ਆਲੋਚਨਾ ਕਰਨ ਲੱਗੇ ਤੇ ਆਪਣੀਆਂ ਮੰਗਾਂ ਪੇਸ਼ ਕਰਨ ਲੱਗ ਪਏ। 1885 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਮੰਗ ਕੀਤੀ ਕਿ ਵਿਧਾਨਪਾਲਿਕਾਵਾਂ ਵਿੱਚ ਚੁਣੇ ਹੋਏ ਮੈਂਬਰ ਹੋਣੇ ਚਾਹੀਦੇ ਹਨ। ਉਹਨਾਂ ਨੂੰ ਬਜਟ ਤੇ ਵਿਚਾਰ ਵਟਾਂਦਰਾ ਕਰਨ ਤੇ ਪ੍ਰਸ਼ਨ ਪੁੱਛਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਭਾਰਤ ਸਰਕਾਰ ਐਕਟ 1909 ਨੇ ਕੁਝ ਹੱਦ ਤੱਕ ਚੁਣੇ ਹੋਏ ਪ੍ਰਤੀਨਿਧਤਾ ਪ੍ਰਣਾਲੀ ਨੂੰ ਮਨਜ਼ੂਰੀ ਦੇ ਦਿੱਤੀ। ਹਾਲਾਂਕਿ ਬ੍ਰਿਟਿਸ਼ ਸਰਕਾਰ ਦੇ ਅੰਤਰਗਤ ਬਣਾਈਆਂ ਗਈਆਂ ਸ਼ੁਰੂਆਤੀ ਵਿਧਾਨਪਾਲਿਕਾਵਾਂ ਰਾਸ਼ਟਰਵਾਦੀਆਂ ਦੇ ਵੱਧਦੇ ਜਾ ਰਹੇ ਦਬਾਅ ਕਾਰਨ ਹੀ ਬਣੀਆਂ ਸਨ, ਪਰੰਤੂ ਇਹਨਾਂ ਵਿੱਚ ਵੀ ਸਾਰੇ ਬਾਲਗਾਂ ਨੂੰ ਨਾ ਤਾਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਤੇ ਨਾ ਹੀ ਆਮ ਲੋਕ ਨੂੰ ਨਿਰਣੇ ਪ੍ਰਕਿਰਿਆ ਵਿੱਚ ਹਿੱਸਾ ਲੈਣ ਦਾ। ਉਪਨਿਵੇਸ਼ਕ ਸ਼ਾਸਨ ਦੇ ਤਜਰਬੇ ਅਤੇ ਸੁਤੰਤਰਤਾ ਸੰਘਰਸ਼ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੀ ਹਿੱਸੇਦਾਰੀ ਦੇ ਆਧਾਰ ਤੇ ਰਾਸ਼ਟਰਵਾਦੀਆਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਸੁਤੰਤਰ ਭਾਰਤ ਵਿੱਚ ਸਾਰੇ ਹੀ ਲੋਕ ਆਪਣੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲਿਆਂ ਵਿੱਚ ਹਿੱਸਾ ਲੈਣ ਦੀ ਕਾਬਲੀਅਤ ਰੱਖਦੇ ਹਨ। ਸੁਤੰਤਰਤਾ ਮਿਲਣ ਤੇ ਵੀ ਅਸੀਂ ਇੱਕ ਸੁਤੰਤਰ ਦੇਸ਼ ਦੇ ਨਾਗਰਿਕ ਬਣਨ ਵਾਲੇ ਸੀ, ਪਰੰਤੂ ਇਸ ਦਾ ਅਰਥ ਇਹ ਨਹੀਂ ਕਿ ਸਰਕਾਰ ਜੋ ਚਾਹੇ ਕਰ ਸਕਦੀ ਸੀ। ਇਸ ਦਾ ਅਰਥ ਇਹ ਸੀ ਕਿ ਹੁਣ ਸਰਕਾਰ ਨੂੰ ਲੋਕਾਂ ਦੀਆਂ ਜ਼ਰੂਰਤਾਂ ਤੇ ਮੰਗਾਂ ਪ੍ਰਤੀ ਸੰਵੇਦਨਸ਼ੀਲ ਰਹਿਣਾ ਹੋਵੇਗਾ। ਸੁਤੰਤਰਤਾ ਸੰਘਰਸ਼ ਦੇ ਸੁਪਨਿਆਂ ਤੇ ਉਮੀਦਾਂ ਨੇ ਸੁਤੰਤਰ ਭਾਰਤ ਦੇ ਸੰਵਿਧਾਨ ਨੂੰ ਵਿੱਚ ਠੋਸ ਰੂਪ ਗ੍ਰਹਿਣ ਕੀਤਾ। ਇਸ ਸੰਵਿਧਾਨ ਨੇ ਸਰਵਭੌਮਿਕ ਬਾਲਗ ਮਤ ਅਧਿਕਾਰ ਦੇ ਸਿਧਾਂਤ ਨੂੰ ਅਪਣਾਇਆ। ਸਰਵਭੌਮਿਕ ਬਾਲਗ ਮਤ ਅਧਿਕਾਰ ਦਾ ਅਰਥ ਹੈ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ। ਲੋਕ ਤੇ ਉਹਨਾਂ ਦੇ ਪ੍ਰਤੀਨਿਧੀ। ਸਹਿਮਤੀ ਦਾ ਵਿਚਾਰ ਲੋਕਤੰਤਰ ਦਾ ਰਵਾਨਗੀ ਦਾ ਬਿੰਦੂ ਹੁੰਦਾ ਹੈ। ਲੋਕਤੰਤਰ ਜਿਹੜਾ ਉਹ ਸਹਿਮਤੀ ਨਾਲ ਹੀ ਅੱਗੇ ਵੱਧਦਾ ਹੈ। ਸਹਿਮਤੀ ਦਾ ਅਰਥ ਹੈ ਚਾਹ, ਸਵੀਕ੍ਰਿਤੀ, ਲੋਕਾਂ ਦੀ ਹਿੱਸੇਦਾਰੀ। ਲੋਕਾਂ ਦਾ ਨਿਰਣੇ ਹੀ ਲੋਕਤੰਤਰਿਕ ਸਰਕਾਰ ਦਾ ਗਠਨ ਕਰਦਾ ਹੈ, ਉਸ ਦੇ ਕੰਮਕਾਜ ਬਾਰੇ ਫੈਸਲਾ ਦਿੰਦਾ ਹੈ। ਇਸ ਤਰ੍ਹਾਂ ਲੋਕਤੰਤਰ ਦੇ ਪਿੱਛੇ ਮੂਲ ਸੋਚ ਇਹ ਹੁੰਦੀ ਹੈ ਕਿ ਵਿਅਕਤੀ ਜਾਂ ਨਾਗਰਿਕ ਹੀ ਸਭ ਤੋਂ ਮਹੱਤਵਪੂਰਨ ਹਨ।
ਅਤੇ ਸਿਧਾਂਤਕ ਪੱਧਰ ਤੇ ਸਰਕਾਰ ਅਤੇ ਹੋਰ ਸਰਵਜਨਕ ਸੰਸਥਾਨਾਂ ਵਿੱਚ ਇਹਨਾਂ ਨਾਗਰਿਕਾਂ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ। ਵਿਅਕਤੀ ਸਰਕਾਰ ਨੂੰ ਆਪਣੀ ਮਨਜ਼ੂਰੀ ਕਿਵੇਂ ਦਿੰਦਾ ਹੈ? ਮਨਜ਼ੂਰੀ ਦੇਣ ਦਾ ਇੱਕ ਤਰੀਕਾ ਚੋਣ ਹੈ। ਲੋਕ ਸੰਸਦ ਲਈ ਆਪਣੇ ਪ੍ਰਤੀਨਿਧੀਆਂ ਦੀ ਚੋਣ ਕਰਦੇ ਹਨ। ਇਹਨਾਂ ਚੁਣੇ ਪ੍ਰਤੀਨਿਧੀਆਂ ਵਿੱਚੋਂ ਇੱਕ ਸਮੂਹ ਸਰਕਾਰ ਬਣਾਉਂਦਾ ਹੈ। ਜਨਤਾ ਦੁਆਰਾ ਚੁਣੇ ਗਏ ਸਾਰੇ ਪ੍ਰਤੀਨਿਧੀਆਂ ਦੇ ਇਸ ਸਮੂਹ ਨੂੰ ਹੀ ਸੰਸਦ ਕਿਹਾ ਜਾਂਦਾ ਹੈ। ਇਹ ਸੰਸਦ ਸਰਕਾਰ ਨੂੰ ਨਿਯੰਤਰਿਤ ਕਰਦੀ ਹੈ, ਉਸ ਦਾ ਮਾਰਗਦਰਸ਼ਨ ਕਰਦੀ ਹੈ। ਇਸ ਦਾ ਲਿਹਾਜ਼ ਨਾਲ ਆਪਣੇ ਚੁਣੇ ਹੋਏ ਪ੍ਰਤੀਨਿਧੀਆਂ ਦੇ ਮਾਧਿਅਮ ਨਾਲ ਹੀ ਲੋਕ ਸਰਕਾਰ ਬਣਾਉਂਦੇ ਨੇ ਤੇ ਨਿਯੰਤਰਿਤ ਰੱਖਦੇ ਨੇ। ਹੁਣ ਕਰਾਂਗੇ ਸੰਸਦ ਦੀ ਭੂਮਿਕਾ, ਰੋਲ ਆਫ ਪਾਰਲੀਮੈਂਟ। ਆਜ਼ਾਦੀ ਦੇ ਬਾਅਦ ਗਠਿਤ ਕੀਤੀ ਗਈ ਭਾਰਤੀ ਸੰਸਦ ਲੋਕਤੰਤਰ ਦੇ ਸਿਧਾਂਤਾਂ ਵਿੱਚ ਭਾਰਤੀ ਜਨਤਾ ਦੀ ਆਸਥਾ ਦੀ ਪ੍ਰਤੀਕ ਹੈ। ਇਹ ਸਿਧਾਂਤ ਹਨ ਨਿਰਣੇ ਪ੍ਰਕਿਰਿਆ ਵਿੱਚ ਜਨਤਾ ਦੀ ਹਿੱਸੇਦਾਰੀ ਅਤੇ ਸਹਿਮਤੀ ਦੇ ਆਧਾਰ ਤੇ ਸ਼ਾਸਨ। ਸਾਡੀ ਪ੍ਰਣਾਲੀ ਵਿੱਚ ਸੰਸਦ ਦੇ ਕੋਲ ਮਹੱਤਵਪੂਰਨ ਸ਼ਕਤੀਆਂ ਹਨ ਕਿਉਂਕਿ ਜਨਤਾ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਲਈ ਲੋਕ ਸਭਾ ਦੇ ਲਈ ਵੀ ਉਸੇ ਤਰ੍ਹਾਂ ਚੋਣਾਂ ਹੁੰਦੀਆਂ ਹਨ ਜਿਸ ਤਰ੍ਹਾਂ ਰਾਜ ਵਿਧਾਨ ਸਭਾ ਲਈ ਚੋਣਾਂ ਹੁੰਦੀਆਂ ਹਨ। ਆਮ ਲੋਕ ਤੇ ਲੋਕ ਸਭਾ ਦੇ ਲਈ ਹਰ 5 ਸਾਲ ਵਿੱਚ ਚੋਣਾਂ ਕਰਵਾਈਆਂ ਜਾਂਦੀਆਂ ਹਨ। ਦੇਸ਼ ਨੂੰ ਬਹੁਤ ਸਾਰੇ ਚੋਣ ਹਲਕਿਆਂ ਵਿੱਚ ਵੰਡਿਆ ਜਾਂਦਾ ਹੈ। ਹਰੇਕ ਚੋਣ ਹਲਕੇ ਤੋਂ ਇੱਕ ਵਿਅਕਤੀ ਨੂੰ ਸੰਸਦ ਵਿੱਚ ਭੇਜਿਆ ਜਾਂਦਾ ਹੈ। ਚੋਣ ਲੜਨ ਵਾਲੇ ਉਮੀਦਵਾਰ ਆਮ ਤੌਰ ਤੇ ਵਿਭਿੰਨ ਰਾਜਨੀਤਿਕ ਦਲਾਂ ਦੇ ਮੈਂਬਰ ਹੁੰਦੇ ਹਨ। ਹੁਣ ਅਸੀਂ ਸਮਝਦੇ ਹਾਂ 17ਵੀਂ ਲੋਕ ਸਭਾ ਦੀਆਂ ਚੋਣਾਂ ਦਾ ਨਤੀਜਾ 2019 ਕਿੰਨੇ ਜਿਹੜੇ ਮੈਂਬਰ ਸੀਗੇ ਉਹ ਚੁਣੇ ਗਏ, ਸੰਸਦ ਦੀ ਸੰਖਿਆ ਕਿੰਨੀ ਸੀਗੀ, ਤਾਂ ਇਹ ਸਾਰਾ ਡਾਟਾ ਇਹ ਤੁਸੀਂ ਦੇਖ ਸਕਦੇ ਹੋ। ਅਲੱਗ-ਅਲੱਗ ਪਾਰਟੀਆਂ ਦੇ ਮੈਂਬਰਾਂ ਦੀ ਗੱਲ ਕੀਤੀ ਗਈ ਹੈ। ਹੁਣ ਅਸੀਂ ਗੱਲ ਕਰਾਂਗੇ ਰਾਸ਼ਟਰੀ ਸਰਕਾਰ ਦੀ ਚੋਣ ਕਰਨਾ। ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਤੇ 2 ਸਦਨ ਹੁੰਦੇ ਨੇ, ਰਾਜ ਸਭਾ ਤੇ ਲੋਕ ਸਭਾ। ਲੋਕ ਸਭਾ ਚੋਣਾਂ ਦੇ ਬਾਅਦ ਸੰਸਦ ਮੈਂਬਰਾਂ ਦੀ ਇੱਕ ਸੂਚੀ ਬਣਾਈ ਜਾਂਦੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਕਿਸ ਰਾਜਨੀਤਿਕ ਦਲ ਨੇ ਕਿੰਨੇ ਸੰਸਦ ਮੈਂਬਰ ਹਨ। ਜੇਕਰ ਕੋਈ ਰਾਜਨੀਤਿਕ ਦਲ ਸਰਕਾਰ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਚੁਣੇ ਹੋਏ ਸੰਸਦ ਮੈਂਬਰਾਂ ਵਿੱਚ ਬਹੁਮਤ ਪ੍ਰਾਪਤ ਹੋਣਾ ਚਾਹੀਦਾ ਹੈ ਕਿਉਂਕਿ ਲੋਕ ਸਭਾ ਵਿੱਚ 543 ਚੁਣੇ ਹੋਏ ਮੈਂਬਰ ਤੇ 2 ਮਨੋਨੀਤ ਮੈਂਬਰ ਹੁੰਦੇ ਹਨ। ਇਸ ਲਈ ਬਹੁਮਤ ਹਾਸਲ ਕਰਨ ਲਈ ਲੋਕ ਸਭਾ ਵਿੱਚ ਕਿਸੇ ਵੀ ਦਲ ਦੇ ਕੋਲ ਘੱਟੋ ਘੱਟ 272 ਮੈਂਬਰ ਹੋਣੇ ਚਾਹੀਦੇ ਹਨ। ਸੰਸਦ ਵਿੱਚ ਬਹੁਮਤ ਨਾ ਪ੍ਰਾਪਤ ਕਰਨ ਵਾਲੇ ਦਲ ਜਾਂ ਗਠਬੰਧਨ ਦਾ ਵਿਰੋਧ ਕਰਨ ਵਾਲੇ ਸਾਰੇ ਰਾਜਨੀਤਿਕ ਦਲ ਵਿਰੋਧੀ ਦਲ ਕਹਾਉਂਦੇ ਹਨ। ਕਾਰਜਪਾਲਿਕਾ ਦੀ ਚੋਣ ਕਰਨਾ ਲੋਕ ਸਭਾ ਦਾ ਇੱਕ ਮਹੱਤਵਪੂਰਨ ਕੰਮ ਹੁੰਦਾ ਹੈ। ਕਾਰਜਪਾਲਿਕਾ ਅਜਿਹੇ ਲੋਕਾਂ ਦਾ ਸਮੂਹ ਹੈ ਜੋ ਸੰਸਦ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨ ਲਈ ਮਿਲ ਕੇ ਕੰਮ ਕਰਦੇ ਹਨ। ਜਦੋਂ ਅਸੀਂ ਸਰਕਾਰ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਅਕਸਰ ਅਜਿਹੀ ਕਾਰਜਪਾਲਿਕਾ ਹੀ ਹੁੰਦੀ ਹੈ। ਭਾਰਤ ਦਾ ਪ੍ਰਧਾਨ ਮੰਤਰੀ ਲੋਕ ਸਭਾ ਵਿੱਚ ਸੱਤਾਧਾਰੀ ਦਲ ਦਾ ਮੁਖੀ ਹੁੰਦਾ ਹੈ। ਪ੍ਰਧਾਨ ਮੰਤਰੀ ਆਪਣੇ ਦਲ ਦੇ ਸੰਸਦ ਮੈਂਬਰਾਂ ਵਿੱਚੋਂ ਮੰਤਰੀਆਂ ਦੀ ਚੋਣ ਕਰਦਾ ਹੈ ਜੋ ਪ੍ਰਧਾਨ ਮੰਤਰੀ ਦੇ ਨਾਲ ਮਿਲ ਕੇ ਫੈਸਲਿਆਂ ਨੂੰ ਲਾਗੂ ਕਰਦੇ ਹਨ। ਇਹ ਮੰਤਰੀ ਸਿਹਤ, ਸਿੱਖਿਆ, ਵਿੱਤ ਅਤੇ ਭਿੰਨ-ਭਿੰਨ ਸਰਕਾਰੀ ਕਾਰਜਾਂ ਦੀ ਜ਼ਿੰਮੇਵਾਰੀ ਸੰਭਾਲਦੇ ਹਨ। ਕਾਫੀ ਵਾਰ ਕਿਸੇ ਇੱਕ ਰਾਜਨੀਤਿਕ ਦਲ ਨੂੰ ਬਹੁਮਤ ਨਹੀਂ ਮਿਲਦਾ ਜੋ ਕਿ ਸਫਲ ਸਰਕਾਰ ਬਣਾਉਣ ਲਈ ਇੱਕਦਮ ਜ਼ਰੂਰੀ ਹੈ। ਅਜਿਹੀ ਸੂਰਤ ਵਿੱਚ ਕਈ ਰਾਜਨੀਤਿਕ ਦਲ ਮਿਲ ਕੇ ਇੱਕ ਗਠਬੰਧਨ ਸਰਕਾਰ ਬਣਾ ਲੈਂਦੇ ਹਨ ਤੇ ਸਾਂਝੇ ਮੁੱਦਿਆਂ ਤੇ ਕੰਮ ਕਰਦੇ ਹਨ। ਰਾਜ ਸਭਾ ਮੁੱਖ ਤੌਰ ਤੇ ਦੇਸ਼ ਦੇ ਰਾਜਾਂ ਦੀ ਪ੍ਰਤੀਨਿਧੀ ਦੇ ਰੂਪ ਵਿੱਚ ਕੰਮ ਕਰਦੀ ਹੈ। ਰਾਜ ਸਭਾ ਦਾ ਕੋਈ ਵੀ ਕਾਨੂੰਨ ਬਣਾਉਣ ਦਾ ਪ੍ਰਸਤਾਵ ਪੇਸ਼ ਕਰ ਸਕਦੀ ਹੈ। ਕਿਸੇ ਬਿੱਲ ਨੂੰ ਕਾਨੂੰਨ ਦੇ ਰੂਪ ਵਿੱਚ ਲਾਗੂ ਕਰਨ ਲਈ ਇਹ ਜ਼ਰੂਰੀ ਹੈ ਕਿ ਉਸ ਨੂੰ ਰਾਜ ਸਭਾ ਦੀ ਮਨਜ਼ੂਰੀ ਮਿਲੀ ਹੋਵੇ। ਇਸ ਪ੍ਰਕਾਰ ਰਾਜ ਸਭਾ ਦੀ ਵੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਸੰਸਦ ਦਾ ਇੱਕ ਸਦਨ ਲੋਕ ਸਭਾ ਦੁਆਰਾ ਪਾਰਿਤ ਕੀਤੇ ਗਏ ਕਾਨੂੰਨਾਂ ਦੀ ਸਮੀਖਿਆ ਕਰਦਾ ਹੈ। ਜੇਕਰ ਜ਼ਰੂਰਤ ਹੋਵੇ ਤਾਂ ਉਸ ਵਿੱਚ ਸੰਸ਼ੋਧਨ ਕਰਦਾ ਹੈ। ਰਾਜ ਸਭਾ ਦੇ ਮੈਂਬਰਾਂ ਦੀ ਚੋਣ ਭਿੰਨ-ਭਿੰਨ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਕਰਦੇ ਹਨ। ਰਾਜ ਸਭਾ ਵਿੱਚ 233 ਚੁਣੇ ਮੈਂਬਰ ਹੁੰਦੇ ਹਨ ਤੇ 12 ਮੈਂਬਰ ਰਾਸ਼ਟਰਪਤੀ ਵੱਲੋਂ ਮਨੋਨੀਤ ਕੀਤੇ ਜਾਂਦੇ ਹਨ। ਅਗਲਾ ਜਿਹੜਾ ਸਾਡਾ ਗੱਲ ਕਰਾਂਗੇ ਅਸੀਂ ਸਰਕਾਰ ਨੂੰ ਨਿਯੰਤਰਿਤ ਕਰਨਾ, ਮਾਰਗਦਰਸ਼ਨ ਦੇਣਾ ਤੇ ਜਾਣਕਾਰੀ ਦੇਣਾ। ਜਦੋਂ ਸੰਸਦ ਦਾ ਇਜਲਾਸ ਚੱਲ ਰਿਹਾ ਹੁੰਦਾ
ਉਸ ਵਿੱਚੋਂ ਸਭ ਤੋਂ ਪਹਿਲਾਂ ਪ੍ਰਸ਼ਨ ਕਾਲ ਹੁੰਦਾ ਹੈ। ਪ੍ਰਸ਼ਨ ਕਾਲ ਵਿੱਚ ਇੱਕ ਮਹੱਤਵਪੂਰਨ ਵਿਵਸਥਾ ਹੈ। ਇਸ ਦੇ ਮਾਧਿਅਮ ਨਾਲ ਸੰਸਦ ਮੈਂਬਰ ਸਰਕਾਰ ਦੇ ਕੰਮਕਾਜ ਬਾਰੇ ਜਾਣਕਾਰੀਆਂ ਹਾਸਲ ਕਰਦੇ ਹਨ। ਇਸ ਦੇ ਨਾਲ ਸਰਕਾਰ ਨੂੰ ਇਸ ਦੇ ਰਾਹੀਂ ਆਪਣੇ ਸੰਸਦ ਕਾਰਜਪਾਲਿਕਾਵਾਂ ਨੂੰ ਨਿਯੰਤਰਿਤ ਕਰਦੇ ਨੇ। ਸਵਾਲਾਂ ਦੇ ਮਾਧਿਅਮ ਨਾਲ ਸਰਕਾਰ ਨੂੰ ਉਸ ਦੀਆਂ ਕਮਜ਼ੋਰੀਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸਰਕਾਰ ਨੂੰ ਵੀ ਜਨਤਾ ਦੇ ਪ੍ਰਤੀਨਿਧੀਆਂ ਭਾਵ ਸੰਸਦ ਮੈਂਬਰਾਂ ਰਾਹੀਂ ਜਨਤਾ ਦੀ ਰਾਏ ਜਾਣਨ ਦਾ ਮੌਕਾ ਮਿਲਦਾ ਹੈ। ਸਰਕਾਰ ਕੋਲੋਂ ਸਵਾਲ ਪੁੱਛਣਾ ਕਿਸੇ ਵੀ ਸੰਸਦ ਮੈਂਬਰ ਲਈ ਬਹੁਤ ਮਹੱਤਵਪੂਰਨ ਜ਼ਿੰਮੇਵਾਰੀ ਹੁੰਦੀ ਹੈ। ਲੋਕਤੰਤਰ ਦੇ ਸਿਹਤਮੰਦ ਸੰਚਾਲਨ ਵਿੱਚ ਵਿਰੋਧੀ ਦਲ ਇੱਕ ਅਹਿਮ ਭੂਮਿਕਾ ਅਦਾ ਕਰਦੇ ਹਨ। ਉਹ ਸਰਕਾਰ ਦੀਆਂ ਨੀਤੀਆਂ ਤੇ ਕਾਰਜਕ੍ਰਮਾਂ ਦੀਆਂ ਕਮੀਆਂ ਨੂੰ ਸਾਹਮਣੇ ਲਿਆਉਂਦੇ ਹਨ ਤੇ ਆਪਣੀਆਂ ਨੀਤੀਆਂ ਦੇ ਲਈ ਸਮਰਥਨ ਜਟਾਉਂਦੇ ਹਨ, ਜਨ ਸਮਰਥਨ ਜਟਾਉਂਦੇ ਹਨ। ਸੰਸਦ ਦੇ ਦੋ ਸਦਨ ਹੁੰਦੇ ਨੇ, ਲੋਕ ਸਭਾ ਤੇ ਰਾਜ ਸਭਾ। ਲੋਕ ਸਭਾ ਹੈ ਜਿਹੜੀ ਲੋਕਾਂ ਦਾ ਸਦਨ ਆ। ਇਸ ਵਿੱਚ ਲੋਕਾਂ ਦੁਆਰਾ ਪ੍ਰਤੱਖ ਚੁਣੇ ਹੋਏ ਮੈਂਬਰ ਆਉਂਦੇ ਹਨ। ਮੈਂਬਰਾਂ ਦੀ ਗਿਣਤੀ ਸਮੇਂ-ਸਮੇਂ ਤੇ ਵੱਧਦੀ ਗਈ। ਵਰਤਮਾਨ ਸਮੇਂ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 545 ਨਿਸ਼ਚਿਤ ਕੀਤੀ ਗਈ ਹੈ। 543 ਮੈਂਬਰ ਲੋਕਾਂ ਦੇ ਸਿੱਧੇ ਚੁਣੇ ਮੈਂਬਰ ਹੁੰਦੇ ਨੇ। 2 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ। ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ ਰਾਖਵੇਂਕਰਨ ਦੀ ਵਿਵਸਥਾ ਹੈ। ਪੰਜਾਬ ਵਿੱਚੋਂ 13 ਮੈਂਬਰ ਲੋਕ ਸਭਾ ਵਿੱਚ ਭੇਜੇ ਜਾਂਦੇ ਹਨ। ਇਹ ਇੱਕ ਅਸਥਾਈ ਸਦਨ ਹੈ। ਰਾਸ਼ਟਰਪਤੀ ਸਦਨ ਨੂੰ ਸੰਵਿਧਾਨ ਦੇ ਕਾਨੂੰਨਾਂ ਅਨੁਸਾਰ ਤੋੜ ਵੀ ਸਕਦਾ ਹੈ। ਮੁੜ ਚੋਣਾਂ ਕੀਤੀਆਂ ਜਾ ਸਕਦੀਆਂ ਹਨ। ਰਾਜ ਸਭਾ ਇਹ ਇੱਕ ਸਥਾਈ ਸਦਨ ਹੈ। ਵਰਤਮਾਨ ਸਮੇਂ ਵਿੱਚ ਇਸ ਸਦਨ ਦੇ ਮੈਂਬਰਾਂ ਦੀ ਗਿਣਤੀ 250 ਨਿਸ਼ਚਿਤ ਕੀਤੀ ਗਈ ਹੈ। 238 ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਚੁਣੇ ਜਾਂਦੇ ਹਨ। 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ। ਇਹ ਮੈਂਬਰ ਪ੍ਰਤੱਖ ਚੋਣ ਵਿਧੀ ਦੁਆਰਾ ਚੁਣੇ ਜਾਂਦੇ ਹਨ। ਲੋਕਾਂ ਦੁਆਰਾ ਚੁਣੇ ਹੋਏ ਮੈਂਬਰ ਮੁੜ ਇਹਨਾਂ ਨੂੰ ਚੁਣਦੇ ਹਨ। ਇਹ ਸਥਾਈ ਸਦਨ ਹੈ ਜੋ ਕਿ ਲੋਕ ਸਭਾ ਦੇ ਟੁੱਟਣ ਤੋਂ ਬਾਅਦ ਵੀ ਕੰਮ ਕਰਦਾ ਰਹਿੰਦਾ ਹੈ। ਇਸ ਦੇ 1/3 ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਨੇ। ਉਹਨਾਂ ਦੀ ਥਾਂ ਤੇ ਨਵੇਂ ਮੈਂਬਰ ਜਿਹੜੇ ਨੇ ਨਿਯੁਕਤ ਕਰ ਲਏ ਜਾਂਦੇ ਹਨ। ਸੰਸਦ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਵਿੱਚ ਡੂੰਘਾ ਸੰਬੰਧ। ਨਾ ਮਾਤਰ ਤੇ ਅਸਲ ਕਾਰਜਪਾਲਿਕਾ ਵਿੱਚ ਅੰਤਰ। ਕਾਰਜਪਾਲਿਕਾ ਦੀ ਵਿਧਾਨ ਪਾਲਿਕਾ ਪ੍ਰਤੀ ਜ਼ਿੰਮੇਵਾਰੀ। ਕਾਰਜਪਾਲਿਕਾ ਦੀ ਮਿਆਦ ਅਨਿਸ਼ਚਿਤ। ਪ੍ਰਧਾਨ ਮੰਤਰੀ ਦੀ ਅਗਵਾਈ। ਸਮੂਹਿਕ ਤੇ ਵਿਅਕਤੀਗਤ ਜ਼ਿੰਮੇਵਾਰੀ। ਵਿਰੋਧੀ ਦਲ ਨੂੰ ਕਾਨੂੰਨੀ ਮਾਨਤਾ। ਇਹ ਇਹਦੀਆਂ ਵਿਸ਼ੇਸ਼ਤਾਵਾਂ ਨੇ। ਕਾਨੂੰਨ ਬਣਾਉਣ ਵਿੱਚ ਸੰਸਦ ਦੀ ਕੀ ਭੂਮਿਕਾ ਹੈ? ਸਰਕਾਰ ਦੇ 3 ਮੁੱਖ ਅੰਗ ਹੁੰਦੇ ਨੇ, ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਵਿਧਾਨ ਪਾਲਿਕਾ ਦਾ ਭਾਵ ਸੰਸਦ ਦਾ ਮੁੱਖ ਕੰਮ ਕਾਨੂੰਨ ਬਣਾਉਣਾ ਹੈ। ਬਿੱਲ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਦੋਵੇਂ ਸਦਨ ਵਿੱਚੋਂ ਪਾਸ ਹੋਣ ਮਗਰੋਂ ਹੀ ਹਰੇਕ ਬਿੱਲ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜਿਆ ਜਾਂਦਾ ਹੈ। ਸਿਰਫ ਧਨ ਬਿੱਲ ਜਾਂ ਮਨੀ ਬਿੱਲ ਹੀ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਦੋਵੇਂ ਸਦਨਾਂ ਵਿੱਚ ਬਿੱਲ ਸੰਬੰਧੀ ਮਤਭੇਦਾਂ ਨੂੰ ਦੂਰ ਕਰਨ ਲਈ ਰਾਸ਼ਟਰਪਤੀ ਦੋਵੇਂ ਸਦਨਾਂ ਦਾ ਸਾਂਝਾ ਸਮਾਗਮ ਬੁਲਾਉਂਦਾ ਹੈ। ਬਿੱਲ ਨੂੰ ਕਾਨੂੰਨ ਬਣਾਉਣ ਲਈ ਕਈ ਪਰਤਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸੋ ਸੰਸਦ ਲਈ ਕਾਨੂੰਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਸੰਸਥਾ ਹੈ। ਸੰਸਦ ਦੁਆਰਾ ਬਣਾਏ ਕਾਨੂੰਨ ਸਰਵਉੱਚ ਹੁੰਦੇ ਹਨ। ਸਰਕਾਰ ਦੀ ਸੰਸਦ ਪ੍ਰਤੀ ਜਵਾਬਦੇਹੀ। ਸਾਡੇ ਸੰਵਿਧਾਨ ਅਨੁਸਾਰ ਕਾਰਜਪਾਲਿਕਾ ਨੂੰ ਪੂਰਨ ਤੌਰ ਤੇ ਸੰਸਦ ਪ੍ਰਤੀ ਜਵਾਬਦੇਹ ਬਣਾਇਆ ਗਿਆ ਹੈ। ਸਰਕਾਰ ਉਨਾ ਚਿਰ ਆਪਣੇ ਅਹੁਦੇ ਤੇ ਵਿਰਾਜਮਾਨ ਰਹਿੰਦੀ ਹੈ ਜਿੰਨਾ ਚਿਰ ਵਿਧਾਨ ਪਾਲਿਕਾ ਵਿੱਚ ਬਹੁਮਤ ਦਾ ਸਮਰਥਨ ਰਹਿੰਦਾ ਹੈ। ਸੰਸਦ ਹੇਠ ਲਿਖੇ ਅਨੁਸਾਰ ਸਰਕਾਰ ਤੇ ਨਿਯੰਤਰਣ ਕਰਦੀ ਹੈ। ਮੰਤਰੀਆਂ ਤੋਂ ਪ੍ਰਸ਼ਨ ਪੁੱਛ ਕੇ ਬਹਿਸ, ਸ਼ੂਨਕਾਲ, ਸਥਗਨ ਪ੍ਰਸਤਾਵ, ਨਿੰਦਾ ਪ੍ਰਸਤਾਵ, ਅਵਿਸ਼ਵਾਸ ਪ੍ਰਸਤਾਵ, ਧਿਆਨ ਦਬਾਅ ਪ੍ਰਸਤਾਵ, ਕਟੌਤੀ ਪ੍ਰਸਤਾਵ ਤੇ ਮਤਦਾਨ ਆਦਿ। ਤਾਂ ਇਹਨਾਂ ਗੱਲਾਂ ਨਾਲ ਹੀ ਜਿਹੜੀ ਸਰਕਾਰ ਦੀ ਸੰਸਦ ਪ੍ਰਤੀ ਜਵਾਬਦੇਹੀ ਰਹਿੰਦੀ ਹੈ। ਤਾਂ ਅੱਜ ਅਸੀਂ ਜਿਹੜਾ ਟੌਪਿਕ ਕੀਤਾ ਹੈ ਸੰਸਦ ਵਾਲਾ, ਸੰਸਦ ਦੀ ਸਰਕਾਰ ਕਿਵੇਂ ਕੰਮ ਕਰਦੀ ਆ, ਬਹੁਤ ਇੰਪੋਰਟੈਂਟ ਟੌਪਿਕ ਆ। ਆਉਣ ਵਾਲੀ ਵੀਡੀਓ ਆ ਜਿਹੜੀ ਇਹਦੇ MCQ ਨੇ, ਜਿਹਦੇ ਵਿੱਚ ਲਾਸਟ ਦੇ ਉੱਤੇ ਤੁਹਾਨੂੰ ਜਿਹੜੇ ਇੰਪੋਰਟੈਂਟ ਕੁਐਸਚਨ ਨੇ ਉਹ ਦੱਸੇ ਜਾਂਦੇ ਨੇ, ਪ੍ਰੀਵੀਅਸ ਈਅਰ ਦੇ ਕੁਐਸਚਨ ਨੇ ਜਿਹੜੇ ਉਹ ਦੱਸੇ ਜਾਂਦੇ ਨੇ। ਤਾਂ ਸਾਰੀਆਂ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਤੁਸੀਂ, ਤਾਂ ਕਿ ਤੁਹਾਡੀ ਨੌਲੇਜ ਹੈ ਜਿਹੜੀ ਉਹ ਪੂਰੀ ਭਰਪੂਰ ਵੱਧ ਸਕੇ। ਅੱਜ ਦੀ ਵੀਡੀਓ ਦੇ ਵਿੱਚ ਇੱਥੇ ਖਤਮ ਕਰਦੇ ਹਾਂ ਅਸੀਂ, ਅੱਗੇ ਕਰਾਂਗੇ MCQ। ਓਕੇ, ਥੈਂਕਸ।